ਤੁਹਾਨੂੰ ਜਲੰਧਰ ਲੈ ਚੱਲਦੇ ਹਾਂ, ਜਿੱਥੋਂ ਕੁਝ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜੋ ਵਾਕਈ ਸ਼ਰਮਸਾਰ ਕਰ ਦੇਣ ਵਾਲੀਆਂ ਨੇ। ਜਿਨ੍ਹਾਂ ਨੇ ਸਾਡੀ ਆਉਣ ਵਾਲੀ ਪੀੜ੍ਹੀ, ਸਾਡੇ ਬੱਚਿਆਂ ਦਾ ਭਵਿੱਖ ਬਣਾਉਣਾ ਹੈ, ਸਰਕਾਰ ਨੇ ਉਹਨਾਂ ਨੂੰ ਹੀ ਮੰਗਤਾ ਬਣਾ ਛੱਡਿਆ ਹੈ। ਘਰ ਘਰ ਜਾ ਭੀਖ ਮੰਗਣ ਦੇ ਲਈ ਇਹਨਾਂ ਨੂੰ ਮਜਬੂਰ ਕਰ ਦਿੱਤਾ ਗਿਆ ਹੈ। ਇਹਨਾਂ ਤਸਵੀਰਾਂ ਨੂੰ, ਇਸ ਅਗਲੀ ਰਿਪੋਰਟ ਨੂੰ ਜ਼ਰਾ ਗੌਰ ਨਾਲ ਵੇਖਿਓ, ਇਸ ਨੂੰ ਆਪਣੇ ਜ਼ਿਹਨ 'ਚ ਬਿਠਾ ਲਿਓ ਤੇ ਜਦੋਂ ਵੀ ਸਿਆਸਤਦਾਨ ਝੋਲੀ ਅੱਡ ਕੇ ਤੁਹਾਡੇ ਕੋਲ ਵੋਟਾਂ ਮੰਗਣ ਆਉਣ ਤਾਂ ਉਹਨਾਂ ਨੂੰ ਸਵਾਲ ਜ਼ਰੂਰ ਕਰਿਓ ਕਿ ਜੋ ਅਧਿਆਪਕ ਭੀਖ ਮੰਗਣ ਦੇ ਲਈ ਮਜਬੂਰ ਹੋਏ ਸੀ, ਆਖਿਰ ਉਹਨਾਂ ਦਾ ਕੀ ਬਣਿਆ। ਖੈਰ, ਰਿਪੋਰਟ ਵੇਖੋ। वाह नी कांग्रेस सरकारे वाह, तेरे झूठे लारिया ने तां सच्ची मंगते बनाते सारे। जी पंजाब दे लोग अखां खोल के वेख ए तस्वीर, नाल ही वेखो सूबे दी अन्नी बोली बेशरम सरकार। वेखो कि किवें बच्चों का भविख बनाउण वालियां लोकां अगे झोली अड्डनी पै रही है। घर घर जाके आटा दाल ते पैसिਆਂ ਦੀ भीख मंगनी पै रही है। सियासतदानों वेखो इन्हां तस्वीरां नूं ते लभो चुल्लू भर पानी। वैसे चुल्लू भर पानी दा अगे की करना हुंदा है, ਇਹ ਤਾਂ ਤੁਸੀਂ ਜਾਣਦੇ ਹੀ ਹੋ, क्योंकि लोगों के न्याणे सियाणे ते तुसीं आप भी सियाणे। शर्मसार कर देने वालियां ਇਹ तस्वीरां सिक्ख्या मंत्री साहब प्रगट सिंह दे जलंधर कैंट तो निकल के सामने आईਆਂ। उसे प्रगट सिंह दे हलके तो जो सिक्ख्या दे मुद्दे ते, स्कूलों के मुद्दे ते कदे मनीष सिसोदिया ਤਾਂ ਕਦੇ ਕਿਸੇ ਹੋਰ ਦੇ ਨਾਲ ਉਲਝਦੇ ਨਜ਼ਰ ਆਉਂਦੇ ਨੇ। ਪਿਛਲੇ ਕਈ ਦਿਨਾਂ ਤੋਂ ਪ੍ਰਗਟ ਸਿੰਘ ਦੇ ਘਰ ਦੇ ਬਾਹਰ ਧਰਨਾ ਲਾ ਕੇ ਬੈਠੇ ਈਟੀਟੀ ਟੈਟ ਪਾਸ ਅਧਿਆਪਕਾਂ ਵੱਲੋਂ ਵੀਰਵਾਰ ਨੂੰ ਵੱਖਰੇ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ। ਇਹਨਾਂ ਵੱਲੋਂ ਘਰ ਘਰ ਜਾ ਕੇ ਲੋਕਾਂ ਅੱਗੇ ਝੋਲੀ ਅੱਡੀ ਗਈ, ਭੀਖ ਮੰਗੀ ਗਈ। ਸਿਰਫ ਇੱਕ ਜਿਹੜੀ ਸਰਕਾਰ ਹੈ, ਝੂਠੇ ਲਾਰਿਆਂ ਦੀ ਸਰਕਾਰ ਹੈ, ਲਾਰੇਬਾਜ਼ੀ ਕਰਦੇ ਪਏ ਆ। ਪਿਛਲੇ 2.25 ਮਹੀਨੇ ਤੋਂ ਨਵੇਂ ਆਏ ਸਿੱਖਿਆ ਮੰਤਰੀ ਵੀ ਸਾਡੇ ਨਾਲ ਲਾਰੇਬਾਜ਼ੀ ਕਰ ਰਿਹਾ ਜੀ। ਇਹਨਾਂ ਨੂੰ ਪਹਿਲੇ ਦਿਨ ਅਸੀਂ ਮਿਲੇ ਆ ਤੇ ਸਾਨੂੰ ਕਹਿੰਦੇ ਵੀ ਤੁਹਾਡੇ ਨਾਲ ਵਾਕਿਆ ਹੀ ਇੱਕ ਗੈਰ ਕਾਨੂੰਨੀ ਧੱਕਾ ਹੋਇਆ ਆ ਤੇ ਮੈਂ ਤੁਹਾਡੇ ਨਾਲ ਖੜਾ, ਮੈਂ ਤੁਹਾਡਾ ਹੱਲ ਕਰਾਂਗਾ ਤੇ 2 ਦਿਨਾਂ ਦੇ ਵਿੱਚ ਤੁਹਾਡਾ ਕੰਮ ਹੋ ਜਾਏਗਾ। ਅੱਜ ਸਰਕਾਰ ਕੋਡ ਕੰਡਕਟ ਵਾਲੇ ਪਾਸੇ ਵੱਧੀ ਪਈ ਹੈ। ਕੋਡ ਆਫ ਕੰਡਕਟ ਕਿਸੇ ਵੀ ਟਾਈਮ ਲੱਗ ਸਕਦਾ ਆ, ਸਾਡਾ ਕੰਮ ਉੱਥੇ ਦਾ ਉੱਥੇ ਹੀ ਆੜ ਸਕਦਾ ਆ। ਲਾਰੇਬਾਜ਼ੀਆਂ ਕਰਦੇ ਪਏ ਆ ਸਾਡੇ ਨਾਲ। ਡਿਪਾਰਟਮੈਂਟ ਦੇ ਵਿੱਚ ਇੱਕ ਅਫਸਰ ਨੇ ਸਾਈਨ ਕਰਨੇ ਆ, ਉੱਥੋਂ ਦਾ ਸਿੱਖਿਆ ਮੰਤਰੀ ਹੈ, ਉੱਥੋਂ ਦਾ ਉਸ ਮਹਿਕਮੇ ਦਾ ਪਿਓ ਹੈ। ਜੇ ਤੇਰੇ ਮਹਿਕਮੇ ਦੇ ਅਫਸਰ ਤੇਰੀ ਨਹੀਂ ਮੰਨਦੇ ਤਾਂ ਫਿਰ ਅਸਤੀਫਾ ਦੇ ਦੇ। ਸਾਡੇ ਕੋਲ ਪੈਸਾ ਨਹੀਂ ਹੈਗਾ, ਸਾਡੇ ਕੋਲ ਪੈਸਾ ਨਹੀਂ ਹੈ। ਸਾਡੇ ਬੱਚਿਆਂ ਨੂੰ ਜਿਹੜੇ ਉੱਥੇ ਬੈਠੇ ਉਹਨਾਂ ਨੂੰ ਦੁੱਧ ਵੀ ਚਾਹੀਦਾ ਹੈ, ਸਾਨੂੰ ਰੋਟੀ ਵੀ ਚਾਹੀਦੀ ਹੈ 3 ਟਾਈਮ ਦੀ। ਅਸੀਂ ਤਾਂ ਸਿਰਫ ਇਸ ਪਿੰਡ ਦੇ ਵਿੱਚ ਆਪਣੀ ਰੋਟੀ ਜਿਹੜੀ ਆ ਉਹ ਇਕੱਠੀ ਕਰਨ ਆਏ ਆ ਤੇ ਬਸ ਪ੍ਰਗਟ ਸਿੰਘ ਦੇ ਖਿਲਾਫ ਜੋ ਸਾਡੇ ਨਾਲ ਉਹ ਕਰਦਾ ਪਿਆ ਆ, ਅਸੀਂ ਉਹ ਲੋਕਾਂ ਨੂੰ ਦੱਸ ਰਹੇ ਹਾਂ ਵੀ ਸਾਡੇ ਨਾਲ ਇਹ ਕੀਤਾ ਗਿਆ। ਜੇ ਅਸੀਂ ਇੱਕ ਵੀ ਗੱਲ ਗਲਤ ਕਰ ਰਹੇ ਹਾਂ ਤੇ ਪ੍ਰਗਟ ਸਿੰਘ ਸਾਹਮਣੇ ਆਵੇ। ਪਿੰਡ ਫੋਲੜੀਵਾਲ ਦੀਆਂ ਗਲੀਆਂ 'ਚ ਭੀਖ ਮੰਗਦੇ ਇਹਨਾਂ ਅਧਿਆਪਕਾਂ ਵੱਲੋਂ ਲੋਕਾਂ ਨੂੰ ਜਾਣਕਾਰੀ ਵੀ ਦਿੱਤੀ ਗਈ ਕਿ ਸਰਕਾਰ ਵੱਲੋਂ 2016 ਚ ਭਰਤੀ ਹੋਏ 4500 ਅਧਿਆਪਕਾਂ ਚੋਂ 180 ਅਧਿਆਪਕਾਂ ਤੇ ਕੇਂਦਰੀ ਪੇ ਸਕੇਲ ਥੋਪ ਕੇ ਅੱਧੀ ਤਨਖਾਹ 'ਚ ਕੰਮ ਕਰਨ ਦੇ ਲਈ ਜਬਰੀ ਦਬਾਅ ਪਾਇਆ ਜਾ ਰਿਹਾ। ਸਿੱਖਿਆ ਮੰਤਰੀ ਸਾਹਿਬ ਸਭ ਕੁਝ ਜਾਣਦੇ ਨੇ, ਪਰ ਫਿਰ ਵੀ ਉਹਨਾਂ ਦੇ ਮਸਲੇ ਦਾ, ਉਹਨਾਂ ਦੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਦੇ। ਇਸੇ ਲਈ ਉਹਨਾਂ ਨੂੰ ਧਰਨੇ ਲਾਉਣ ਦੇ ਲਈ, ਟਾਵਰਾਂ ਤੇ ਚੜ੍ਹਨ ਦੇ ਲਈ ਮਜਬੂਰ ਹੋਣਾ ਪੈ ਰਿਹਾ। ਉਹਨਾਂ ਨੂੰ ਭੀਖ ਮੰਗਣ ਦੇ ਲਈ ਮਜਬੂਰ ਹੋਣਾ ਪੈ ਰਿਹਾ। ਪ੍ਰਗਟ ਸਿੰਘ ਨੂੰ ਸਿਰਫ ਅਸੀਂ 2 ਚੀਜ਼ਾਂ ਪੁੱਛੀਆਂ ਵੀ ਜਾਂ ਤੇ ਸਾਨੂੰ ਉਹ ਕਾਨੂੰਨ ਦੱਸ ਦਿਓ ਜਿਹਦੇ ਕਰਕੇ ਤੁਸੀਂ ਸਾਡੇ ਨਾਲ ਧੱਕਾ ਕੀਤਾ, ਤੇ ਜਾਂ ਸਾਨੂੰ ਤੁਸੀਂ ਘੱਟੋ ਘੱਟ ਜਿਹੜਾ ਆ ਵੀ ਇਹ ਦੱਸ ਦਿਓ ਸਾਡਾ ਕਸੂਰ ਕੀ ਹੈ। ਤੁਸੀਂ ਦੋਨਾਂ ਦੀ ਇੱਕ ਚੀਜ਼ ਦੱਸ ਦਿਓ, ਅਸੀਂ ਤੋੜ ਕੇ ਚਲੇ ਜਾਂਦੇ ਆ। ਕਹਿੰਦੇ ਨਹੀਂ ਜੀ ਤੁਸੀਂ ਬਿਲਕੁਲ ਠੀਕ ਹੋ, ਤੁਹਾਡੇ ਨਾਲ ਵਿਭਾਗੀ ਧੱਕਾ ਹੋਇਆ ਆ, ਮੈਂ ਹੱਲ ਕਰਦਾ ਆ। ਪਰ ਅੱਜ 2.25 ਮਹੀਨੇ ਹੋ ਚੱਲੇ ਆ ਜੀ ਤੇ ਇਹਦੇ ਵਿੱਚ 2.25 ਮਹੀਨੇ ਵਿੱਚ ਸਾਡਾ ਕੋਈ ਹੱਲ ਨਹੀਂ ਹੋਇਆ। ਨਹੀਂ ਜੀ, ਕੋਈ ਹੱਲ ਨਹੀਂ ਆ। ਸਾਡਾ ਕੋਈ ਕਸੂਰ ਤੇ ਨਾ ਕੋਈ ਕਾਨੂੰਨ ਜਿਹੜਾ ਇਹਨਾਂ ਨੇ ਸਾਡੇ ਨਾਲ ਧੱਕਾ ਕਰ ਦਿੱਤਾ। ਮਾਤਾ ਜੀ ਅਸੀਂ ਉਹ ਅਧਿਆਪਕ ਆ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਗਰੀਬ ਬੱਚਿਆਂ ਨੂੰ ਪੜ੍ਹਾਉਂਦੇ ਆ, ਪਰ ਇਹ ਚਾਹੁੰਦੇ ਆ ਵੀ ਅਸੀਂ ਨੌਕਰੀਆਂ ਛੱਡ ਕੇ ਅਸੀਂ ਤੋਂ ਭੱਜ ਜੀ ਤੇ ਗਰੀਬਾਂ ਦੇ ਬੱਚੇ ਸਕੂਲਾਂ 'ਚ ਪੜ੍ਹ ਨਾ ਸਕਣ, ਕਿਉਂਕਿ ਜੇ ਪੜ੍ਹਨਗੇ ਤੇ ਇਹਨਾਂ ਕੋਲ ਰੁਜ਼ਗਾਰ ਮੰਗਣਗੇ। ਉਧਰ ਜਦੋਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਇਸ ਅਨੋਖੇ ਪ੍ਰਦਰਸ਼ਨ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਪਹੁੰਚ ਗਏ ਪ੍ਰਦਰਸ਼ਨਕਾਰੀਆਂ ਦੇ ਕੋਲ ਉਹਨਾਂ ਨੂੰ ਸਮਝਾਉਣ ਦੇ ਲਈ। ਪ੍ਰਦਰਸ਼ਨਕਾਰੀ ਅਧਿਆਪਕ ਲੋਕਾਂ ਅੱਗੇ ਝੋਲੀ ਅੱਡ ਰਹੇ ਸੀ। ਪੁਲਿਸ ਤੇ ਪ੍ਰਸ਼ਾਸਨ ਇਹਨਾਂ ਅਧਿਆਪਕਾਂ ਅੱਗੇ ਹੱਥ ਜੋੜ ਰਹੇ ਸੀ। ਪਰ ਇਹਨਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦ ਤੱਕ ਸਿੱਖਿਆ ਮੰਤਰੀ ਉਹਨਾਂ ਦੀ ਸਮੱਸਿਆ ਦਾ ਹੱਲ ਨਹੀਂ ਕੱਢਦੇ, ਉਹ ਇਸੇ ਤਰ੍ਹਾਂ ਸੰਘਰਸ਼ ਜਾਰੀ ਰੱਖਣਗੇ। ਪ੍ਰਗਟ ਸਿੰਘ ਸਿਆਸੀ ਰੈਲੀ ਨਹੀਂ ਕਰਦਾ, ਅਸੀਂ ਸਿਆਸੀ ਥੋੜੀ ਹਾਂ, ਅਸੀਂ ਤਾਂ ਇੱਕ ਆਮ ਜਨਤਾ ਹਾਂ। ਇਹ ਪਿੰਡ ਸਾਡਾ ਨਹੀਂ ਹੈ, ਇਹ ਸਾਡਾ ਪਿੰਡ ਆ ਨਾ, ਸਾਡੇ ਲੋਕਾਂ ਦਾ ਪਿੰਡ ਹੈ, ਮੇਰੇ ਪੰਜਾਬੀਆਂ ਦਾ ਪਿੰਡ ਹੈ। ਮੈਂ ਇਸ ਪਿੰਡ ਦੇ ਵਿੱਚ ਆਟਾ ਕਿਉਂ ਨਹੀਂ ਮੰਗ ਸਕਦਾ? ਇੱਕ ਭਿਖਾਰੀ ਇਸ ਪਿੰਡ ਦੇ ਵਿੱਚ ਆ ਕੇ ਜੇ ਆਟਾ ਮੰਗਦਾ, ਉਹਨੂੰ ਕਦੀ ਪ੍ਰਸ਼ਾਸਨ ਨੇ ਨਹੀਂ ਡੱਕਿਆ, ਪੁਲਿਸ ਮੁਲਾਜ਼ਮਾਂ ਨੇ ਡੱਕਿਆ, ਸਾਨੂੰ ਕਿਉਂ ਡੱਕ ਰਹੇ ਨੇ? ਜਾਂ ਤੇ ਅਸੀਂ ਕੋਈ ਗਲਤ ਗੱਲ ਕਰ ਰਹੇ ਹਾਂ ਤਾਂ 2 ਸਾਡੇ ਦੇ ਪਰਚਾ,
ਚੁੱਕੋ ਸਾਨੂੰ ਦੇ ਦਿਓ ਜੇਲ੍ਹਾਂ ਦੇ ਅੰਦਰ। ਇਹ ਸਾਡੀ ਗੱਲ ਨਾ ਸੁਣਨ, ਅਸੀਂ ਟੈਂਕੀਆਂ ਟਾਵਰਾਂ ਦੇ ਚੜ੍ਹ ਕੇ ਆਪਣੀ ਆਵਾਜ਼ ਉੱਚੀ ਕਰਕੇ ਇਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ, ਇਹ ਅੱਗੋਂ ਸਾਨੂੰ ਧਮਕੀਆਂ ਦਿੰਦੇ ਆ ਵੀ ਤੁਹਾਡੇ ਤੇ ਪਰਚੇ ਕਰ ਦੇਣੇ ਆ। ਤੇ ਕਰ ਦੋ ਫਿਰ, ਕਿਉਂਕਿ ਭਗਤ ਸਿੰਘ ਨੂੰ ਵੀ ਫਾਂਸੀ ਦਿੱਤੀ ਨਾ, ਉਹ ਗੋਰੇ ਦੇ ਗਏ ਸੀ, ਤੁਸੀਂ ਕਾਲੇ ਦੇ ਦੋਗੇ ਸਾਨੂੰ। ਸਾਡੇ ਉੱਤੇ ਦੇ ਅਸਲੇ ਸਵਾਲ ਬਣੇਦਾ ਆਪਣੀ ਰੋਜੀ ਰੋਟੀ ਦਾ। ਦੱਸੋ ਕਿੱਥੇ ਜਾਈਏ, ਕਿੱਥੇ ਜਾਈਏ, ਸਾਨੂੰ ਕੋਈ ਜਵਾਬ ਤੇ ਦਿੱਤਾ ਜਾਵੇ। ਬਹੁਤ ਇੱਕ ਨਿਰਾਸ਼ ਕਰਨ ਵਾਲੀ ਇੱਕ ਤਸਵੀਰ ਹੈ ਕਿ ਉਹ ਅਧਿਆਪਕ ਜਿਨ੍ਹਾਂ ਨੂੰ ਸਕੂਲਾਂ ਦੇ ਵਿੱਚ ਹੋਣਾ ਚਾਹੀਦਾ ਸੀ, ਬੱਚਿਆਂ ਨੂੰ ਪੜਾਉਣਾ ਚਾਹੀਦਾ ਸੀ, ਉਹ ਇਸ ਤਰੀਕੇ ਨਾਲ ਗਲੀਆਂ 'ਚ ਘੁੰਮ ਰਹੇ ਨੇ। ਸਰ ਦੇਖੋ, ਸਾਡੀ ਮਜਬੂਰੀ ਹੈ, ਸਾਡੀ ਮਜਬੂਰੀ ਆ। ਅੱਜ ਪਿਛਲੇ 3 ਦਿਨਾਂ ਤੋਂ ਅਸੀਂ ਪ੍ਰਗਟ ਸਿੰਘ ਨੂੰ ਦੇ ਘਰ ਦੇ ਬਾਹਰ ਬੈਠੇ ਹੋਏ ਆ। ਸਾਡੇ ਨਾਲ ਸਾਡੇ ਛੋਟੇ 6 ਮਹੀਨੇ ਤੋਂ ਲੈ ਕੇ 4 5 ਸਾਲ ਦੇ ਬੱਚੇ ਆ। ਸਾਡੇ ਕੋਲ ਸਰ ਖਾਣਾ ਪੀਣਾ ਸਭ ਖਤਮ ਹੋ ਗਿਆ। ਤਨਖਾਹਾਂ ਤੇ ਸਾਡੀਆਂ ਨੇ ਅੱਧੀ ਕੀਤੀਆਂ ਸੋ ਕੀਤੀਆਂ, ਜੋ ਸਾਡੇ ਕੋਲ ਆਇਆ ਉਹ ਵੀ ਸਾਡਾ ਮਤਲਬ ਕਿ ਖਤਮ ਹੋਣ ਤੇ ਆ ਗਿਆ। ਇਸ ਕਰਕੇ ਸਾਨੂੰ ਅੱਜ ਮਜਬੂਰੀ 'ਚ ਅੱਜ ਗਲੀ ਘਰ ਜਾ ਕੇ ਸਾਨੂੰ ਮੰਗਣਾ ਪੈ ਰਿਹਾ। ਤਾਂ ਸਿੱਖਿਆ ਮੰਤਰੀ ਦੇ ਹਲਕੇ ਦੇ ਵਿੱਚ ਘਰ ਜਾ ਕੇ ਸਹਾਇਤਾ ਮੰਗ ਰਹੇ ਅਧਿਆਪਕਾਂ ਨੂੰ ਪੁਲਿਸ ਦੇ ਵੱਲੋਂ ਆ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਅਧਿਆਪਕ ਆਖ ਰਹੇ ਨੇ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕਰਦਿਆਂ ਹੋਇਆਂ ਇਸੇ ਤਰੀਕੇ ਨਾਲ ਆਪਣਾ ਪ੍ਰੋਟੈਸਟ ਜਾਰੀ ਰੱਖਾਂਗੇ ਔਰ ਜੋ ਵਧੀਕੀਆਂ ਸਿੱਖਿਆ ਮਹਿਕਮੇ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਬਾਰੇ ਪਿੰਡ ਦੇ ਲੋਕਾਂ ਨੂੰ, ਹਲਕੇ ਦੇ ਲੋਕਾਂ ਨੂੰ ਜਾਣੂ ਕਰਾਵਾਂਗੇ। ਤਾਂ ਇੱਕ ਪਾਸੇ ਪੰਜਾਬ ਸਰਕਾਰ ਦਾ ਸਮਾਰਟ ਸਕੂਲ ਨਜ਼ਰ ਆ ਰਿਹਾ ਇਸ ਗਲੀ ਦੇ ਵਿੱਚ, ਔਰ ਦੂਸਰੇ ਪਾਸੇ ਸਿੱਖਿਆ ਦੇ ਉਹ ਚਾਨਣ ਮੁਨਾਰੇ ਜਿਹੜੇ ਪੰਜਾਬ ਸਰਕਾਰ ਦੀਆਂ ਨੌਕਰੀਆਂ ਕਰਦੇ ਨੇ, ਜਿਨ੍ਹਾਂ ਨੂੰ ਸਕੂਲਾਂ ਦੇ ਵਿੱਚ ਹੋਣਾ ਚਾਹੀਦਾ ਸੀ, ਉਹ ਗਲੀਆਂ ਦੇ ਵਿੱਚ ਆ ਕੇ ਭੀਖ ਮੰਗਦੇ ਹੋਏ ਨਜ਼ਰ ਆ ਰਹੇ ਨੇ। ਤਾਂ ਇਹ ਦੋਵੇਂ ਤਸਵੀਰਾਂ ਇੱਕ ਦੂਜੇ ਨੂੰ ਮੂੰਹ ਚੜਾਉਂਦੀਆਂ ਨਜ਼ਰ ਆ ਰਹੀਆਂ ਨੇ। ਇੱਕ ਪਾਸੇ ਸੂਬਾ ਸਰਕਾਰ ਦੇ ਦਾਅਵੇ ਔਰ ਦੂਸਰੇ ਪਾਸੇ ਸੂਬਾ ਸਰਕਾਰ ਦੇ ਦਾਅਵਿਆਂ ਦੀ ਹਕੀਕਤ ਜਿਹੜੀ ਸਿੱਖਿਆ ਮੰਤਰੀ ਸਾਹਿਬ ਦੇ ਜਾਂ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲਦੀ ਨਜ਼ਰ ਆ ਰਹੀ ਹੈ। ਕੈਮਰਾ ਪਰਸਨ ਜਗਰੂਪ ਦੇ ਨਾਲ ਪਤਰਾ ਸ਼ਮਸੀ, PTC ਨਿਊਜ਼ ਜਲੰਧਰ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਹੁਣ ਤੁਹਾਨੂੰ ਇੱਕ ਅਜਿਹੇ ਪਤੀ ਪਤਨੀ ਦੇ ਨਾਲ ਮਿਲਵਾਉਂਦੇ ਆ ਜੋ ਚੂੜੇ ਦੇ ਸਹਾਰੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਜਾਂਦੇ ਸਨ। ਜੀ ਹਾਂ, ਤੁਹਾਨੂੰ ਵਿਖਾਉਂਦੇ ਆ ਕਿ ਆਖਿਰ ਕਿਵੇਂ ਚੂੜੇ ਵਾਲੀ ਚੱਲਦੀ ਸੀ ਆਪਣੀ ਚਾਲ, ਕਿਵੇਂ ਭੋਲੇ ਭਾਲੇ ਲੋਕਾਂ ਨੂੰ ਬਣਾਉਂਦੀ ਸੀ ਆਪਣਾ ਸ਼ਿਕਾਰ। ਲਓ ਵੇਖੋ। ਅੱਜ ਇਸ ਖਬਰ 'ਚ ਤੁਹਾਨੂੰ ਇੱਕ ਅਜਿਹੀ ਚੂੜੇ ਵਾਲੀ ਦੇ ਨਾਲ ਮਿਲਵਾਉਂਦੇ ਆ ਜਿਸ ਦਾ ਚਿੱਤ ਮੋਢੇ ਤੇ ਬਾਂਹ ਰੱਖ ਫੋਟੋਆਂ ਕਰਵਾਉਂਦਾ ਨਹੀਂ, ਲੋਕਾਂ ਦੇ ਗਲਾਂ 'ਚ ਪਾਈਆਂ ਚੈਨੀਆਂ ਖੋਹਦਾ ਹੈ, ਉਹਨਾਂ ਦੇ ਹੱਥਾਂ ਦੀਆਂ ਅੰਗੂਠੀਆਂ ਲਵਾਉਂਦਾ ਹੈ, ਲੋਕਾਂ ਦਾ ਫੋਨ ਉਹਨਾਂ ਦੇ ਕੋਲੋਂ ਪੈਸੇ ਲੁੱਟਣ ਦਾ ਇਸ ਦਾ ਚਿੱਤ ਕਰਦਾ ਸੀ, ਉਹਨਾਂ ਨੂੰ ਆਪਣੇ ਹੁਸਨ ਦੇ ਜਾਲ 'ਚ ਫਸਾਉਣ ਦਾ ਦਿਲ ਕਰਦਾ ਸੀ, ਜਿਸ ਨੂੰ ਆਪਣੇ ਚੂੜੇ ਦਾ ਲਾਲ ਰੰਗ ਵੇਖ ਕੇ ਨਹੀਂ, ਲੋਕਾਂ ਦੀ ਜੇਬ 'ਚ ਪਏ ਪੈਸਿਆਂ ਨੂੰ ਵੇਖ ਕੇ ਚਾਅ ਜਿਹਾ ਚੜ ਜਾਂਦਾ ਸੀ। ਤੇ ਆਪਣੇ ਐਸੇ ਸ਼ੌਂਕ ਦਾ ਮੁੱਲ ਹੁਣ ਇਸ ਨੂੰ ਲੋਕਾਂ ਅੱਗੇ ਮਿੰਨਤਾਂ ਤਰਲੇ ਕਰ ਰਹਿਮ ਦੀ ਭੀਖ ਮੰਗ ਕੇ ਚੁਕਾਉਣਾ ਪੈ ਰਿਹਾ। ਜੀ ਹਾਂ, ਇਸ ਜੋੜੇ ਨੂੰ ਮਿੰਨਤਾਂ ਤਰਲੇ ਇਸ ਲਈ ਪਾਣੇ ਪੈ ਰਹੇ ਨੇ ਕਿਉਂਕਿ ਇਹਨਾਂ ਨੂੰ ਲੋਕਾਂ ਨੇ ਇੱਕ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਤਸਵੀਰਾਂ ਖਡੂਰ ਸਾਹਿਬ ਦੇ ਫਤਿਆਬਾਦ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ। ਇੱਥੇ ਚੋਰੀ ਤੇ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਜੋੜੇ ਨੂੰ ਲੋਕਾਂ ਵੱਲੋਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਮੁਲਜ਼ਮ ਬਲਜੀਤ ਸਿੰਘ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਆਪਣੀ ਪਤਨੀ ਨੂੰ ਚੂੜਾ ਪਵਾ ਕੇ ਉਸ ਨੂੰ ਚੰਗੀ ਤਰ੍ਹਾਂ ਤਿਆਰ ਕਰਦਾ ਸੀ ਤਾਂ ਜੋ ਉਹਨਾਂ ਦਾ ਸ਼ਿਕਾਰ ਉਸ ਦੇ ਹੁਸਨ ਦੇ ਜਾਲ 'ਚ ਫਸ ਜਾਵੇ। ਜਿਵੇਂ ਹੀ ਇਹਨਾਂ ਦੇ ਸ਼ਿਕਾਰ ਦਾ ਧਿਆਨ ਭਟਕਦਾ, ਇਹ ਉਸ ਨਾਲ ਲੁੱਟਾਂ ਖੋਹਾਂ ਕਰਕੇ ਫਰਾਰ ਹੋ ਜਾਂਦੇ। ਪਰ ਇਸ ਵਾਰ ਤਾਂ ਲੋਕਾਂ ਨੇ ਇਹਨਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਇਹਦੇ 'ਚ ਬਲਜੀਤ ਸਿੰਘ ਆ ਚੂਚਾ ਪੁੱਤਰ ਸਤਨਾਮ ਸਿੰਘ ਵਾਸੀ ਹੈਗਾ ਖਵਾਸਪੁਰ ਦਾ। ਇਹ ਜਿਹੜਾ ਵਾ ਇਹਦੇ ਨਾਲ ਇਹਦੀ ਵਾਈਫ ਹੈਗੀ ਆ ਤਲਵਿੰਦਰ ਕੌਰ। ਇਹ ਤੇ ਵਾਈਫ ਜਿਹੜੀ ਇਹਦੀ ਚੂੜਾ ਲਾਲ ਪਾ ਕੇ ਤੇ ਪੂਰਾ ਡਰਾਮਾ ਜਿਹਾ ਕਰਕੇ ਲੋਕਾਂ ਨੂੰ ਮੋਟਰਸਾਈਕਲਾਂ ਤੇ ਮੋਟਰਸਾਈਕਲ ਪਿੱਛੇ ਲਾ ਕੇ ਤੇ ਅਗਲੇ ਮੋਟਰਸਾਈਕਲ ਵਾਲੇ ਤਾੜ ਕੇ ਉਹਦੀ ਜੇਬ ਤੋੜ ਕੇ ਦੌੜ ਜਾਂਦੇ ਆ ਤੇ ਉਹਦੇ ਵਿੱਚੋਂ ਮਤਲਬ ਨਕਦੀ ਜਿਹੜੀ ਆ ਇਹ ਲੁੱਟਦੇ ਆ। ਇਸ ਲੁਟੇਰੇ ਜੋੜੇ ਵੱਲੋਂ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ ਜੋ ਬੈਂਕ, ATM ਜਾਂ ਕਿਧਰੇ ਹੋਰ ਪੈਸਿਆਂ ਦਾ ਲੈਣ ਦੇਣ ਕਰਕੇ ਆ ਰਹੇ ਹੁੰਦੇ ਸਨ, ਜਿਨ੍ਹਾਂ ਕੋਲ ਜਾਂ ਤਾਂ ਨਕਦੀ ਜਾਂ ਫਿਰ ਕੀਮਤੀ ਸਮਾਨ ਹੁੰਦਾ ਸੀ। ਇਹਨਾਂ ਮੁਲਜ਼ਮਾਂ ਨੂੰ ਕਾਬੂ ਕਰਨ ਤੋਂ ਬਾਅਦ ਪੁਲਿਸ ਨੇ ਬਲਜਿੰਦਰ ਸਿੰਘ ਨਾਮ ਦੇ ਇੱਕ ਹੋਰ ਮੁਲਜ਼ਮ ਨੂੰ ਵੀ ਕਾਬੂ ਕੀਤਾ ਹੈ ਜੋ ਇਸ ਜੋੜੇ ਨੂੰ ਇਹ ਜਾਣਕਾਰੀ ਦਿੰਦਾ ਸੀ ਕਿ ਕਿਸ ਨੂੰ ਸ਼ਿਕਾਰ ਬਣਾਇਆ ਜਾ ਸਕਦਾ ਹੈ, ਜਿਸ ਦੇ ਆਧਾਰ ਤੇ ਹੀ ਇਹਨਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ। ਫਿਲਹਾਲ ਪੁਲਿਸ ਨੇ ਇਸ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਕੋਲੋਂ ਪੁਲਿਸ ਨੂੰ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ। ਤੇ ਇੱਕ ਇਹਨਾਂ ਦੇ ਨਾਲ ਹੋਰ ਬੰਦਾ ਜਿਹੜਾ ਦੂਜਾ ਇਹਨਾਂ ਦੀ ਪੁੱਛਗਿੱਛ 'ਚ ਵੀ ਆਇਆ, ਮੁਖਬਰ ਖਾਸ ਨੇ ਵੀ ਦੱਸਿਆ, ਉਹ ਬਲਜਿੰਦਰ ਸਿੰਘ ਆ ਖਡੂਰ ਸਾਹਿਬ ਵਾਸੀ ਲੰਮਿਆਂ ਦੀ ਪੱਤੀ। ਉਹ ਜਿਹੜਾ ਉਹ ਇਹਨਾਂ ਨੂੰ ਮਤਲਬ ਜਿੱਥੋਂ ਤਾੜ ਕੇ ਦੱਸਦਾ ਬੰਦੇ ਵੀ ਕਿਵੇਂ ਵੀ ਕਿਹਦੇ ਕੋਲ ਪੈਸੇ ਹੈਗੇ ਤੇ ਕਿਹੜਾ ਲੈ ਕੇ ਨਿਕਲਿਆ। ਉਹ ਤੋਂ ਬਾਅਦ ਉਹਨਾਂ ਨੂੰ ਮਤਲਬ ਆਪਣੇ ਕੋਲ ਠਹਿਰਾਉਂਦਾ ਵੀ ਆ ਤੇ ਸਾਂਭਦਾ ਵੀ ਆ ਤੇ
ਇਹਦਾ ਰਹਿਣ ਸਹਿਣ ਦਾ ਪ੍ਰਬੰਧ ਵੀ ਕਰਦਾ। ਇਹਨਾਂ ਨੇ ਬਹੁਤ ਕਾਫੀ 12 ਅਕਤੂਬਰ ਨੂੰ ਇੱਕ ਵਾਰਦਾਤ ਕੀਤੀ ਸੀਗੀ। ਉਹਦੇ 'ਚ ਵੈਰੋਵਾਲ ਦਲਬੀਰ ਸਿੰਘ ਨਿਵਾਸੀ ਨੇ ਸ਼ਿਕਾਇਤ ਦਿੱਤੀ ਸੀਗੀ, ਜਿਹਦੇ ਆਧਾਰ ਤੇ ਮਤਲਬ ਪਰਚਾ ਦਰਜ ਕਰਕੇ ਤੇ ਇਹਨਾਂ ਨੂੰ ਮੁੜ ਕੇ ਪੁਲਿਸ ਡੰਡਿਆਂ ਤੋਂ ਗ੍ਰਿਫਤਾਰ ਕੀਤਾ, 3 ਜਣਿਆਂ ਨੂੰ, ਤੇ ਬਰਾਮਦਗੀ ਕਰ ਲਈ। ਸੂਬੇ 'ਚ ਕ੍ਰਾਈਮ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ। ਮੁਲਜ਼ਮ ਸ਼ਾਤਰ ਹੁੰਦੇ ਜਾ ਰਹੇ ਨੇ, ਲੋਕਾਂ ਨੂੰ ਨਵੇਂ-ਨਵੇਂ ਤਰੀਕਿਆਂ ਦੇ ਨਾਲ ਆਪਣਾ ਸ਼ਿਕਾਰ ਬਣਾ ਰਹੇ ਨੇ। ਅਜਿਹੇ 'ਚ ਪੁਲਿਸ ਨੂੰ ਹੋਰ ਚੌਕਸ ਹੋਣ ਦੀ ਤੇ ਆਮ ਲੋਕਾਂ ਨੂੰ ਵੀ ਚੌਕੰਨਾ ਰਹਿਣ ਦੀ ਜ਼ਿਆਦਾ ਲੋੜ ਹੈ। BTC ਨਿਊਜ਼ ਲਈ ਖਡੂਰ ਸਾਹਿਬ ਤੋਂ ਰਵੀ ਖਹਿਰਾ ਦੀ ਰਿਪੋਰਟ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਹੁਣ ਜੋ ਤਸਵੀਰਾਂ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਿਬ ਨੂੰ ਵੀ ਜ਼ਰੂਰ ਵੇਖਣੀਆਂ ਚਾਹੀਦੀਆਂ ਨੇ, ਕਿਉਂਕਿ ਚੰਨੀ ਸਾਹਿਬ ਖੁਦ ਨੂੰ ਗਰੀਬਾਂ ਦਾ ਮੁੱਖ ਮੰਤਰੀ ਦੱਸਦੇ ਨੇ ਤੇ ਗਰੀਬਾਂ ਨੂੰ ਦੇਖ ਹੀ ਰਹੇ ਨੇ। ਲਓ ਖੁਦ ਵੇਖ ਲਓ। ਜਿਸ ਸੂਬੇ ਦਾ ਮੁੱਖ ਮੰਤਰੀ ਦਲਿਤ ਹੈ, ਜੋ ਪਾਰਟੀ ਦਲਿਤ ਮੁੱਖ ਮੰਤਰੀ ਬਣਾ ਕੇ ਵਾਹਵਾਈ ਖੱਟਣ 'ਚ ਲੱਗੀ ਹੋਈ ਹੈ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਮੁੜ ਤੋਂ ਸੱਤਾ ਤੇ ਕਾਬਜ਼ ਹੋਣ ਦੇ ਸੁਪਨੇ ਵੇਖ ਰਹੀ ਹੈ, ਜੋ ਮੁੱਖ ਮੰਤਰੀ ਖੁਦ ਨੂੰ ਗਰੀਬਾਂ ਦਾ ਮੁੱਖ ਮੰਤਰੀ ਦੱਸਦਾ ਹੈ, ਜੋ ਸਰਕਾਰ ਗਰੀਬਾਂ ਦੇ ਲਈ ਵੱਡੇ ਵੱਡੇ ਐਲਾਨ ਕਰ ਰਹੀ ਹੈ, ਉਸ ਸਰਕਾਰ ਦੇ ਰਾਜ 'ਚ ਗਰੀਬ ਤਬਕੇ ਦੇ ਲੋਕ ਮੌਤ ਦੇ ਮੂੰਹ ਵੱਲ ਤੱਕੇ ਜਾ ਰਹੇ ਨੇ। ਉਹਨਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਹੈ, ਉਹਨਾਂ ਨਾਲ ਕੋਝਾ ਮਜ਼ਾਕ ਹੋ ਰਿਹਾ ਹੈ। ਇਹ ਗਲੀ ਸੜੀ ਕਣਕ ਵੰਡ ਕੇ, ਇਹ ਜ਼ਹਿਰ ਵੰਡ ਕੇ, ਜਿਸ ਨੂੰ ਖਾ ਕੇ ਲੋਕ ਪੇਟ ਤਾਂ ਸ਼ਾਇਦ ਭਰ ਵੀ ਲੈਣਗੇ, ਪਰ ਉਸ ਤੋਂ ਬਾਅਦ ਹਸਪਤਾਲ ਵੀ ਪਹੁੰਚ ਜਾਣਗੇ। ਗਰੀਬਾਂ ਦੇ ਮੁੱਖ ਮੰਤਰੀ ਸਾਹਿਬ, ਲਓ ਤੁਸੀਂ ਵੀ ਵੇਖ ਲਓ ਕਿਸ ਤਰ੍ਹਾਂ ਦੀ ਕਣਕ ਭੇਜ ਰਹੇ ਹੋ ਤੁਸੀਂ ਆਪਣੇ ਲੋਕਾਂ ਦੇ ਲਈ। ਤਾਂ ਵੇਖੀਆਂ ਤਸਵੀਰਾਂ, ਕਿਸ ਕਦਰ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ। ਮਹਿਜ਼ 2 ਰੁਪਏ ਕਿਲੋ ਦੇ ਨਾਂ ਤੇ ਕਣਕ ਦੇ ਕੇ ਉਹਨਾਂ ਨੂੰ ਬਿਮਾਰੀਆਂ ਵੱਲ ਧੱਕਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਕਿਸ ਤਰ੍ਹਾਂ ਦੀ ਕਣਕ ਲੋਕਾਂ 'ਚ ਵੰਡੀ ਜਾ ਰਹੀ ਹੈ। ਇਸ ਕਣਕ ਨੂੰ ਤਾਂ ਸ਼ਾਇਦ ਪਸ਼ੂ ਵੀ ਨਾ ਖਾਣ, ਉਹ ਵੀ ਇਨਕਾਰ ਕਰਦੇ ਨੇ, ਪਰ ਉਹੀ ਕਣਕ ਲੋਕਾਂ ਦੇ ਖਾਣ ਦੇ ਲਈ ਭੇਜੀ ਜਾ ਰਹੀ ਹੈ, ਜਿਸ ਦੀ ਵਜ੍ਹਾ ਕਾਰਨ ਲੋਕ ਪੰਜਾਬ ਸਰਕਾਰ ਦੇ ਫੂਡ ਸਪਲਾਈ ਵਿਭਾਗ ਨੂੰ ਜੰਮ ਕੇ ਲਾਂਤਾਂ ਪਾ ਰਹੇ ਨੇ। ਦਰਅਸਲ ਤਸਵੀਰਾਂ ਨੇ ਫਿਲੌਰ ਦੇ ਨਜ਼ਦੀਕ ਪੈਂਦੇ ਮੁਹੱਲਾ ਰਵਿਦਾਸਪੁਰਾ ਦੇ ਵਾਰਡ ਨੰਬਰ 1 ਤੇ ਵਾਰਡ ਨੰਬਰ 15 ਦੀਆਂ, ਜਿੱਥੇ ਲੋਕਾਂ ਦਾ ਇਲਜ਼ਾਮ ਹੈ ਕਿ ਸਰਕਾਰ ਵੱਲੋਂ ਆਟਾ ਦਾਲ ਸਕੀਮ ਦੇ ਤਹਿਤ ਵੰਡੀ ਜਾ ਰਹੀ ਕਣਕ ਖਰਾਬ ਅਤੇ ਗੰਦੀ ਹੁੰਦੀ ਹੈ, ਬਦਬੂ ਮਾਰਦੀ ਹੈ। ਜਦੋਂ ਉਹਨਾਂ ਨੇ ਗੱਟੇ ਘਰ ਲਿਜਾ ਕੇ ਖੋਲੇ ਤਾਂ ਪੂਰੀ ਕਣਕ ਹੀ ਖਰਾਬ ਨਿਕਲੀ। ਲੋਕਾਂ ਦੀ ਮੰਗ ਹੈ ਕਿ ਕਣਕ ਨੂੰ ਸਰਕਾਰ ਜਲਦ ਤੋਂ ਜਲਦ ਬਦਲੇ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਵੱਡਾ ਸੰਘਰਸ਼ ਕੀਤਾ ਜਾਵੇਗਾ। ਅੱਜ ਤੋਂ ਕਣਕ ਲਈ ਆ, ਖਰਾਬ ਨਿਕਲੀ। ਸਾਰੀ ਕਣਕ ਖਰਾਬ ਆ ਤੁਹਾਡੀ? ਸਾਰੀ ਦੋਨੇ ਬੋਰੇ ਖਰਾਬ ਨਿਕਲੇ ਦੋਨੇ। ਕੀ ਹੋਇਆ ਕਣਕ ਨੂੰ? ਕਣਕ ਚੋਂ ਮਹਿਕ ਆਉਂਦਾ, ਦਵਾਈ ਦਾ ਧੋਤੇ ਤੇ ਵੀ ਨਹੀਂ ਉਹ ਮਹਿਕ ਜਾਂਦਾ। ਆਹ ਦੇਖੋ ਜੀ, ਕਣਕ ਜਿਹੜੀ ਮਿਲੀ ਆ ਮੌਜੂਦਾ ਕੋਈ ਫਰੀ ਵਾਲੀ ਮਿਲੀ ਆ, ਇਹ ਸਾਰੀ ਖਰਾਬ ਕਣਕ ਆ। ਇਹਦੀ ਤਾਂ ਖਿਆਈ ਵੀ ਨਹੀਂ ਕਿ ਜੇ ਕਿਹੜਾ ਗਰੀਬ ਬੰਦਾ ਖਿਆਊਂਗਾ, ਜੇ ਕੋਈ ਨਹੀਂ ਉਹਦੀ ਖਿਆਈ ਵੀ ਨਹੀਂ ਕਿਸੇ ਬੱਚਿਆਂ ਨੇ ਖਾਣੀ ਨਹੀਂ। ਕਾਲੀ ਕਣਕ ਪਈ। ਹੁਣ ਕੀ ਮੰਗ ਕੀ ਕਰਦੇ ਆ ਤੁਸੀਂ? ਇਹ ਕਰਨੇ ਇਹਨੂੰ ਵਾਪਸੀ ਕਰਕੇ ਸਾਨੂੰ ਦੁਬਾਰ ਦੀ ਦਿੱਤੀ ਜਾਵੇ। ਕਣਕ ਇੱਕ ਮੁਸ਼ਕ ਮਾਰਦੀ ਹੈ ਜੀ, ਇਹਦਾ ਕੀ ਕਰੀਏ? ਜਿਹਨਾਂ ਦੇ ਘਰੇ ਪ੍ਰੋਗਰਾਮ ਕਹਿ ਰਹੇ ਨੇ ਬੋਰੇ ਖੋਲ ਕੇ, ਅੱਜ ਦੇਖੇ ਤਾਂ ਸਾਰੀ ਕਣਕ ਖਰਾਬ ਹੈ। ਇਹ ਜਿਹੜੀ ਕਣਕ ਦੇ ਰਹੇ ਆ ਫੂਡ ਸਪਲਾਈ ਵਾਲੇ, ਇੱਕ ਤਾਂ ਬਹੁਤ ਮਾੜੀ ਆ, ਜਿਹੜੀ ਬੰਦਿਆਂ ਦੇ ਖਾਣ ਯੋਗ ਨਹੀਂ। ਜੇ ਮੰਨ ਲਓ ਇਹ ਕਿ ਖਿਆ ਕੇ ਖਾ ਲਵੇ, ਘੱਟੋ ਘੱਟ ਕਈ ਬਿਮਾਰੀਆਂ ਲੱਗ ਸਕਦੀਆਂ ਜੀ। ਇਸ ਕਰਕੇ ਪਸ਼ੂਆਂ ਦੇ ਖਾਣ ਯੋਗ ਵੀ ਨਹੀਂ ਜਿਹੜੀ ਕਣਕ ਦੇ ਰਹੇ ਆ। ਇਸ ਕਰਕੇ ਅਸੀਂ ਮੈਡਮ ਜੀ ਨੂੰ ਫੋਨ ਕੀਤਾ। ਮੈਡਮ ਜੀ ਕਹਿੰਦੀ ਕਨਾਲ ਸਾਹਿਬ ਨਾਲ ਗੱਲ ਕਰ ਲਓ, ਪਰ ਕਨਾਲ ਸਾਹਿਬ ਦਾ ਨਾ ਫੋਨ ਆਇਆ ਤੇ ਨਾ ਉਹਨੇ ਕੋਈ ਗੱਲ ਕੀਤੀ ਆ। ਤੇ ਅਸੀਂ ਬੇਨਤੀ ਕਰਦੇ ਆ ਵੀ ਜਿਹੜੀ ਇਹ ਕਣਕ ਗਰੀਬਾਂ ਨੂੰ ਦਿੱਤੀ ਆ, ਇਹ ਜਲਦੀ ਤੋਂ ਜਲਦੀ ਬਦਲ ਕੇ ਜਿਹੜੀ ਵਧੀਆ ਕਣਕ ਆ, ਨਵੀਂ ਕਣਕ ਆ, ਉਹ ਦਿੱਤੀ ਜਾਵੇ। ਤੇ ਰਹੀ ਤਾਂ ਅਸੀਂ ਜੇ ਨਾ ਇਹ ਬਦਲੀ ਗਈ ਤੇ ਅਸੀਂ ਇੱਥੇ ਸੰਘਰਸ਼ ਕਰਾਂਗੇ। ਉਧਰ ਇਸ ਮਾਮਲੇ ਸੰਬੰਧੀ ਫੂਡ ਇੰਸਪੈਕਟਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੀ ਦਲੀਲ ਦਿੱਤੀ, ਉਹ ਵੀ ਸੁਣ ਲਓ। ਕਣਕ ਜਦੋਂ ਵੰਡੀ ਗਈ ਸੀ ਉਸ ਵੇਲੇ ਜਦੋਂ ਆਪਾਂ ਭੇਜੀ ਹੈ, ਉਸ ਵੇਲੇ ਸਾਨੂੰ ਮੌਕੇ ਤੇ ਕੋਈ ਕੰਪਲੇਂਟ ਨਹੀਂ ਪ੍ਰਾਪਤ ਹੋਈ ਹੈ। ਜਦੋਂ ਹੁਣ ਸਾਨੂੰ ਪਤਾ ਚੱਲਿਆ ਤਾਂ ਇੱਥੇ ਹੈਗੇ ਪਬਲਿਕ ਹੈਗੀ 5-7 ਲੋਕ ਹੈਗੇ ਹੈ ਜੋ ਬੋਰੀਆਂ ਵੀ ਲੈ ਕੇ ਆਏ ਆ। ਆਪਾਂ ਉਹਨਾਂ ਦੇ ਮੌਕੇ ਤੇ ਚੈੱਕ ਕਰਕੇ ਕੁਆਲਿਟੀ ਜਿਹਨਾਂ ਦੀ ਖਰਾਬ ਹੈ ਉਹ ਆਪਾਂ ਬਦਲਾ ਦਿੰਦੇ ਹਾਂ। ਡੈਮੇਜ ਨਹੀਂ ਹੈ ਜੀ, ਬਿਲਕੁਲ ਆਪਾਂ ਸਾਹਮਣੇ ਬੋਰੀ ਪਈ ਹੈ, ਉਹਨੂੰ ਆਪਾਂ ਡੈਮੇਜ ਨਹੀਂ ਕਰ ਸਕਦੇ ਆ। ਕੁਆਲਿਟੀ ਹੈਗੀ ਹੈ, ਸਹੀ ਹੈਗੀ ਵਿੱਚ। ਅਗਰ ਤੁਹਾਨੂੰ ਸਰ ਸਾਰੇ ਪਿੰਡ ਦੀ ਡੈਮੇਜ ਕਣਕ ਦਿਖਾ ਦਈਏ, ਉਹਦੇ ਬਾਰੇ ਕੀ ਕਹੋਗੇ? ਉਹ ਵੈਰੀਫਾਈ ਕਰ ਲੈਂਦੇ
ਕਿਤੇ ਇਹ ਤਾਂ ਨਹੀਂ ਵੀ ਤੁਸੀਂ 2 ਰੁਪਏ ਕਿਲੋ ਦੇ ਹਿਸਾਬ ਨਾਲ ਤੁਸੀਂ ਕਹਿੰਦੇ ਵੀ ਦੇਣਾ ਕਸਟਮਰ ਨੇ 2 ਰੁਪਏ ਕਿਲੋ ਦੇ ਹਿਸਾਬ ਨਾਲ ਹੈਗਾ ਵੀ ਇਹਨੂੰ ਦਿੱਤੀ ਡੈਮੇਜ ਆਵੇ। ਇਹ ਦੇਖੋ ਜੀ ਜਿਹੜੀ ਇੱਥੇ ਪਈ ਉਹ ਵੀ ਡੈਮੇਜ ਨਹੀਂ ਹੈ, ਨਾ ਹੀ ਅੱਜ ਤੱਕ ਪਹਿਲਾਂ ਕੋਈ ਇਦਾਂ ਦੀ ਕੰਪਲੇਂਟ ਪ੍ਰਾਪਤ ਹੋਈ ਹੈ ਕਿ ਜੇ ਕਿ ਸਾਨੂੰ ਡੈਮੇਜ ਕਣਕ ਮਿਲੀ। ਵਾਹ ਫੂਡ ਇੰਸਪੈਕਟਰ ਸਾਹਿਬ ਵਾਹ, ਦਲੀਲ ਤਾਂ ਵਧੀਆ ਦੇ ਰਹੇ ਹੋ। ਜੇਕਰ ਚੰਨੀ ਸਾਹਿਬ ਤੁਹਾਨੂੰ ਸੁਣਦੇ ਹੋਣਗੇ ਤਾਂ ਤੁਹਾਡਾ ਇਨਾਮ ਤਾਂ ਪੱਕਾ ਹੈ। ਵਧੀਆ ਤਰੀਕੇ ਨਾਲ ਬਚਾ ਰਹੇ ਹੋ ਤੁਸੀਂ ਸਰਕਾਰ ਨੂੰ। ਤੁਸੀਂ ਆਖ ਰਹੇ ਹੋ ਡੈਮੇਜ ਕਣਕ ਨਹੀਂ ਹੈ, ਕੋਈ ਸ਼ਿਕਾਇਤ ਵੀ ਨਹੀਂ ਆਈ, ਪਰ ਕੀ ਇਹ ਤਸਵੀਰਾਂ ਝੂਠ ਬੋਲ ਰਹੀਆਂ ਨੇ? ਇਹ ਲੋਕ ਬਿਨਾਂ ਗੱਲ ਤੋਂ ਨਾਅਰੇਬਾਜ਼ੀ ਕਰ ਰਹੇ ਨੇ ਕਿ ਇਹ ਲੋਕ ਝੂਠ ਬੋਲ ਰਹੇ ਨੇ? ਤੁਸੀਂ ਹੀ ਦੱਸੋ ਕਿ ਆਖਰ ਕੀ ਸਮਝੀਏ। ਪੀਟੀਸੀ ਨਿਊਜ਼ ਲਈ ਫਿਲੌਰ ਤੋਂ ਮੁਨੀਸ਼ ਬਾਵਾ ਦੀ ਰਿਪੋਰਟ। ਮਾਨਸਿਕ ਤਣਾਅ, ਡਿਪਰੈਸ਼ਨ ਤੇ ਹਾਰਟ ਦਾ ਡਰ, ਇਹ ਉਹ ਚੀਜ਼ਾਂ ਨੇ ਜੋ ਸਾਡੀ ਨੌਜਵਾਨ ਪੀੜ੍ਹੀ ਤੇ ਇਸ ਕਦਰ ਹਾਵੀ ਹੋ ਚੁੱਕੀਆਂ ਨੇ ਕਿ ਉਹ ਛੋਟੀ ਜਿਹੀ ਗੱਲ ਪਿੱਛੇ ਵੱਡੇ ਕਦਮ ਚੁੱਕ ਲੈਂਦੇ ਨੇ। ਅਜਿਹੇ ਕਦਮ ਜਿਸ ਦੀ ਕੀਮਤ ਉਹਨਾਂ ਦੇ ਮਾਪਿਆਂ ਨੂੰ ਸਾਰੀ ਜ਼ਿੰਦਗੀ ਚੁਕਾਉਣੀ ਪੈਂਦੀ ਹੈ। ਤੇ ਅਜਿਹਾ ਹੀ ਕੁਝ ਹੋਇਆ ਹੈ ਫਰੀਦਕੋਟ 'ਚ ਵੀ। ਪੂਰਾ ਮਾਮਲਾ ਕੀ ਹੈ, ਰਿਪੋਰਟ ਵੇਖੋ। ਇਹ ਤਸਵੀਰ ਹੈ ਖੁਸ਼ਸੀਰਤ ਕੌਰ ਦੀ, ਜਿਸ ਦੇ ਚਿਹਰੇ ਦੀ ਇੱਕ ਖੁਸ਼ੀ ਇਸ ਦੇ ਨਾਮ ਨੂੰ ਚੰਗੀ ਤਰ੍ਹਾਂ ਬਿਆਨ ਕਰ ਰਹੀ ਹੈ। ਹੱਸ ਰਹੀ ਹੈ, ਮੁਸਕਰਾ ਰਹੀ ਹੈ, खुश नजर आ रही है। पर छोटी जही हार इस लड़की ते इस कदर हावी हो गई कि उसने इस लड़की दी मुस्कान हमेशा ਲਈ खो ਲਈ। परिवार ते दुखां दा पहाड़ टुट गया, जिस दी वजह बनिया मैंटल प्रेशर यानी कि दिमागी परेशानी, जिसने ना जाने हुण तक किन्ने लोकां दियां जिंदगियां तबाह कर दित्तियां ते उसे लिस्ट च मासूम दा नाम भी शामिल हो गया। ਤੇ ਦਿਮਾਗੀ ਪਰੇਸ਼ਾਨੀ ਦੇ ਚਲਦਿਆਂ ਇਸ ਨੂੰ ਖੌਫਨਾਕ ਕਦਮ ਚੁੱਕਣਾ ਪਿਆ ਤੇ ਖੁਸ਼ਸੀਰਤ ਹਮੇਸ਼ਾ ਲਈ ਇਸ ਦੁਨੀਆ ਨੂੰ ਅਲਵਿਦਾ ਆਖ ਗਈ। ਫਰੀਦਕੋਟ ਦੀ ਰਹਿਣ ਵਾਲੀ ਖੁਸ਼ਸੀਰਤ ਕੌਰ ਸ਼ੂਟਿੰਗ ਦੀ ਖਿਡਾਰਨ ਸੀ ਤੇ ਕਾਫੀ ਹੋਣਹਾਰ ਸੀ, ਜਿਸ ਨੇ ਆਪਣੀ ਹੀ ਸ਼ੂਟਿੰਗ ਗਨ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਪਟਿਆਲਾ 'ਚ ਹੋਈਆਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ 'ਚ कोई मेडल हासिल ना कर सकन कारण मानसिक तौर पे परेशान हो गई, जिस कारण उसने एक खौफनाक कदम चुकिया। खैर ठीक है, परेशानी सब नूं हुंदी है, प्रेशर भी हुंदा है, पर इसदा मतलब ये नहीं कि एक हार तो बाद तुहाडी जिंदगी खत्म हो गई है। होर भी मौके आउंदे ने जिस च तुसीं खुद नूं साबित कर सकते हो। उमर 18 साल तो भी घट सी, जिसने अजे जिंदगी च बथेरा कुछ वेखना सी, पर दिमागी परेशानी दे अगे ये होनहार धी हार गई। इस घटना तो बाद जिथे परिवार सदमे च है, उथे इलाके दे लोकां च भी सहम दा माहौल बनिया होया है। परिवार दे नजदीकी हॉकी कोच ने दस्सिया कि लड़की काफी होनहार सी ते पिछलियां खेडां च मैडल ना आउण कारण परेशान रहन लगी। ਵਰਲਡ ਕੱਪ ਤੇ ਜਾ ਕੇ ਆਈ ਸੀਗੀ, ਜੂਨੀਅਰ ਵਰਲਡ ਕੱਪ ਤੇ ਇਜਿਪਟ, ਤੇ ਉਸ ਦੇ ਵਿੱਚ ਵੀ ਇਹਦਾ ਕੋਈ ਮੈਡਲ ਨਹੀਂ ਆਇਆ। ਥੋੜੀ ਜਿਹੀ ਆਪਦੇ ਆਪ ਨੂੰ ਇਹ ਡਿਪਰੈਸ਼ਨ 'ਚ ਮਹਿਸੂਸ ਕਰਨ ਲੱਗੀ। ਉਸ ਤੋਂ ਬਾਅਦ ਇਹ ਨੈਸ਼ਨਲ ਜੂਨੀਅਰ 'ਚ ਗਈ ਹੋਣੀ ਦਿੱਲੀ, ਉੱਥੇ ਪਿਛਲੇ ਸਾਲ ਇਹਦੇ 11 ਮੈਡਲ ਸੀਗੇ। ਇਸ ਵਾਰੀ ਇਹਦਾ ਇੱਕ ਸਿਰਫ ਟੀਮ ਮੈਡਲ ਆਇਆ, ਇੰਡੀਵਿਜੂਅਲ ਮੈਡਲ ਕੋਈ ਨਹੀਂ ਆਇਆ। ਤੇ ਜਦੋਂ ਤੋਂ ਇਹ 6 ਤਰੀਕ ਨੂੰ ਆਈ ਹੈ, ਜਦੋਂ ਤੋਂ ਆਈ ਹੈ ਚੁੱਪ ਰਹਿੰਦੀ ਸੀ ਤੇ ਕੁਛ ਵੀ ਜ਼ਿਆਦਾ ਕਿਸੇ ਨਾਲ ਗੱਲਬਾਤ ਨਹੀਂ ਕਰਦੀ ਸੀ। 3-4 ਦਿਨ 'ਚ ਹੀ ਇੰਨੀ ਡਿਪਰੈਸ਼ਨ 'ਚ ਆ ਗਈ ਕਿ ਵੀ ਮੇਰੇ ਪਿਛਲੇ ਸਾਲ ਇੰਨੇ ਮੈਡਲ ਸੀਗੇ ਤੇ ਵੀ ਇਸ ਵਾਰੀ ਕੋਈ ਵੀ ਨਹੀਂ ਮੈਡਲ ਆਇਆ। ਤੇ ਕੋਈ ਵੈਸੇ ਇਹੋ ਜਿਹੀ ਕੋਈ ਗੱਲ ਪਰਿਵਾਰ ਨਾਲ ਵੀ ਨਹੀਂ ਕੀਤੀ ਉਹਨੇ ਤੇ ਸਾਡੇ ਨਾਲ ਵੀ ਨਹੀਂ ਕੀਤੀ। ਮੈਂ ਇਹਦੇ ਬਿਲਕੁਲ ਬੂਹੇ ਦੇ ਸਾਹਮਣੇ ਆ, ਮਿਲਦੀ ਬੜੀ ਹੱਸ ਕੇ ਮਿਲਦੀ ਸੀ। MBBS ਦੀ ਤਿਆਰੀ ਕਰ ਰਹੀ ਸੀਗੀ, ਵੀ ਇਸकी +2 ਦੇ ਵਿੱਚ ਸੀਗੀ। ਉਹ ਪੜ੍ਹਨ ਨੂੰ ਵੀ ਬੜੀ ਵਧੀਆ, ਇੰਟੈਲੀਜੈਂਟ ਸੀ, ਸਾਰੇ ਪੱਖੋਂ ਤੋਂ ਹੀ ਬਹੁਤ ਵਧੀਆ ਸੀ। ਸਾਡੀ ਸਮਝ ਤੋਂ ਤਾਂ ਬਾਹਰ ਆ ਵੀ ਇਹੋ ਜਿਹਾ ਬੱਚਾ। उधर इस घटना बारे स्थानक पुलिस नूं पता चलिया तो उन्होंने मौके ते पहुंच के लड़की दी लाश नूं कब्जे च लैके अगली जांच शुरू कर दी है। इंटीमेशन मिली सी एक लड़की ने गोली मार के आत्म हत्या कर ली, तो मौके ते जाके वैरीफाई किया गया तो मृतक लड़की है खुशसीरत कौर संधू, तो जिसकी उम्र करीब 17 साल 10 महीने है, जो इंटरनेशनल शूटर है लड़की। ये परिवार के बयान लिखे गए, इन्होंने फादर के मदर के बयान हासिल करके 174 CRPC तहत की कार्रवाई की जाए।
बहरहाल जो भी होया बेहद मंदभागा होया, पर सवाल यही है कि मैंटल प्रेशर च आके अजिहे कदम चुकने चाहिए ने? इदां ही मुसीबतां तो हार जाना चाहिए? खैर, मापियां नूं अपने बच्चों नूं समझण दी लोड़ है, उन्हां नाल गलबात करन दी लोड़ है। इन्हां मौकिਆਂ ਵੇਲੇ उन्हां नूं समझाउण दी लोड़ है तां जो उन्हां दे बच्चे अजिहे कदम ना चुकण। PTC न्यूज़ दे लई फरीदकोट तो अमनदीप लक्की दी रिपोर्ट।